ट्रक वाली गल मैं इस करके रखी है भी तुसीं एक रोज़गार जिहड़ा आप कर रहे हो तो एक लोकां लई मोटिवेट जिहड़ा ਉਹਦੇ ਨਾਲ ਹੋ ਰਹੇ ਨੇ ਲੋਕ। ਟਰਾਂਸਪੋਰਟ ਫੈਮਿਲੀ ਨੂੰ ਮੈਂ ਬਿਲੋਂਗ ਕਰਦੀ ਹਾਂ ਤਾਂ ਗੱਡੀਆਂ ਦੇ ਨਾਲ ਸ਼ੁਰੂ ਤੋਂ ਪਿਆਰ ਰਿਹਾ ਹੈ ਔਰ ਪਰ ਇਸ ਕਿਤੇ ਨੂੰ ਕਿਤੇ ਨਾ ਕਿਤੇ ਡਰਾਈਵਰ ਕਮਿਊਨਿਟੀ ਨੂੰ ਰਿਸਪੈਕਟ ਉਹਨਾਂ ਬਣਦਾ ਇੱਜ਼ਤ ਮਾਨ ਸਤਿਕਾਰ ਨਹੀਂ ਦਿੱਤਾ ਗਿਆ। ਮੇਰੇ ਹਸਬੈਂਡ ਦੀ ਵੀ ਟਰਾਂਸਪੋਰਟ ਹੈ ਤਾਂ ਮੈਂ ਵੇਖਦੀ ਹਾਂ ਹੈ ਨਾ, ਮੈਨੇਜ ਵੀ ਕਰਦੀ ਹਾਂ ਆਪਦੇ ਹਸਬੈਂਡ ਨਾਲ ਔਰ ਚਲਾਉਣ ਦਾ ਸ਼ੌਂਕ ਵੀ ਹੈ ਜਦੋਂ ਮੌਕਾ ਲੱਗੇ। ਇਹ ਮੈਸੇਜ ਇਹ ਆ ਵੀ ਜਦੋਂ ਆਪਾਂ ਬਾਹਰਲੇ ਦੇਸ਼ ਜਾ ਕੇ ਕਿਸੇ ਉਦੋਂ ਸੋਚਦੇ ਹਾਂ ਵੀ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਤਾਂ ਫਿਰ ਆਪਣੇ ਦੇਸ਼ ਦੇ ਵਿੱਚ ਉਹੀ ਕੰਮ ਆਪਣੇ ਲਈ ਛੋਟਾ ਕਿਉਂ ਹੋ ਜਾਂਦਾ ਹੈ। 74th ਅਮੈਂਡਮੈਂਟ ਹੋਈ ਜਿਹਦੇ ਕਰਕੇ ਔਰਤਾਂ ਨੂੰ ਪਹਿਲਾਂ 33% ਤੇ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਨੇ 50% ਰਿਜ਼ਰਵੇਸ਼ਨ ਕੀਤੀ ਕਿਉਂਕਿ ਅਸੀਂ ਔਰਤਾਂ ਨੂੰ ਅੱਗੇ ਦੇਖਣਾ ਚਾਹੁੰਦੇ ਹਾਂ। ਬਹੁਤ ਘੱਟ ਲੋਕ ਜਿਹੜੀਆਂ ਔਰਤਾਂ ਹੈਗੀਆਂ ਪੋਲੀਟੀਕਲ ਲਾਈਨ ਚੂਜ਼ ਕਰਦੇ ਆ, ਕਾਰਨ ਕੀ ਮੰਨ? ਔਰਤ ਲੀਡਰ ਜਿਹੜੀ ਹੈ ਨਾ ਇੱਕ ਫੀਮੇਲ ਲਈ ਆਪਦੀ ਪ੍ਰੋਟੈਕਸ਼ਨ ਆਪਦੇ ਆਪ ਨੂੰ ਸੇਫ ਰੱਖ ਕੇ ਫਿਰ ਸਿਆਸਤ ਕਰਨੀ ਪੈਂਦੀ ਹੈ। ਮੇਲਸ ਲਈ ਆ ਪੈਰਾਮੀਟਰ ਨਹੀਂ ਹੁੰਦਾ ਹੈਗਾ। ਡੀਸੀ ਬਣਨਾ ਤਾਂ ਸਾਨੂੰ ਪੇਪਰ ਕਲੀਅਰ ਕਰਕੇ ਬਣਾਂਗੇ, ਇੱਧਰ ਕੋਈ ਐਗਜ਼ਾਮ ਨਹੀਂ ਹੈਗਾ, ਸਿਰਫ ਜਾਂ ਤਾਂ ਪਰਿਵਾਰ ਹੁੰਦਾ ਵੀ ਪਰਿਵਾਰ ਪਿਛੋਕੜ ਤੁਹਾਡਾ ਪੋਲੀਟੀਕਲ ਹੈਗਾ, ਕੀ ਪੈਰਾਮੀਟਰ ਕੋਈ ਤੈਅ ਨਹੀਂ ਕਰ ਸਕੀ ਸਾਡੀ ਰਾਜਨੀਤੀ ਹੁਣ ਤੱਕ। ਜੇ ਯੂਥ ਆ ਰਿਹਾ ਦੇਖੋ ਕਾਂਗਰਸ ਕੋਲੇ ਤਾਂ ਫੇ ਇੱਕ ਹੈਗਾ ਨੈਸ਼ਨਲ ਤੇ ਯੂਥ ਕਾਂਗਰਸ ਹੈਗੀ NSUI ਵੱਲੋਂ ਅਸੀਂ ਯੂਥ ਕਾਂਗਰਸ 'ਚ ਟ੍ਰੇਨਿੰਗ ਹੁੰਦੀ ਹੈ ਔਰ ਬਹੁਤ ਸਾਰੇ ਯੂਥ ਕਾਂਗਰਸ ਦੇ ਲੀਡਰ ਅੱਜ ਦੇ ਟਾਈਮ 'ਚ ਕਾਂਗਰਸ 'ਚ ਨੈਸ਼ਨਲ ਲੈਵਲ 'ਤੇ ਪੰਚਾਇਤ ਸਰਪੰਚਸ ਤੋਂ ਜੇ ਟ੍ਰੇਨਿੰਗਸ ਪ੍ਰੋਪਰ ਹੋ ਜਾਣਗੀਆਂ ਜਿਸ ਦਿਨ ਉਹ ਹਾਸਿਲ ਕਰ ਗਏ ਆਪਾਂ ਅਸਲੀ ਦੇ ਵਿੱਚ ਇਨ ਰੀਅਲ ਸੈਂਸ ਹੈ ਨਾ ਕਿ ਵਿਮਨ ਐਮਪਾਵਰਮੈਂਟ ਹੋਊਗੀ ਉਸ ਦਿਨ ਤੁਸੀਂ ਸਿਆਸਤ 'ਚ ਵੀ ਦੇਖੋਗੇ ਵੀ ਜ਼ਿਆਦਾਤਰ ਔਰਤਾਂ ਹੀ ਨਜ਼ਰ ਆਉਣਗੀਆਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋ ਗਲੋਬਲ ਪੰਜਾਬ ਤੇ ਚੈਨਲ ਪੰਜਾਬੀ ਦੇ ਨਾਲ। ਮੈਂ ਹਾਂ ਜਗਜੀਤ ਸਿੰਘ ਪੰਜੋਲੀ। ਰੁਜ਼ਗਾਰ ਦੀ ਭਾਲ ਦੇ ਵਿੱਚ ਜਿੱਥੇ ਨੌਜਵਾਨ ਜਿਹੜੇ ਨੇ ਵਿਦੇਸ਼ਾਂ ਵੱਲ ਜਾ ਰਹੇ ਨੇ ਤੇ ਵਿਦੇਸ਼ਾਂ ਜਾ ਕੇ ਖਾਸ ਕਰਕੇ ਕੈਨੇਡਾ ਅਮਰੀਕਾ ਦੇ ਵਿੱਚ ਜਾ ਕੇ ਟਰੱਕ ਚਲਾਉਂਦੇ ਆ। ਕਹਿੰਦੇ ਵੀ ਟਰੱਕ ਦੇ ਵਿੱਚ ਜਿਹੜੀ ਕਮਾਈ ਹੈਗੀ ਹੈ ਉਹ ਹੋਰ ਕਿਤੇ ਨਹੀਂ ਹੈਗੀ। ਵਿਦੇਸ਼ਾਂ ਦੇ ਵਿੱਚ ਜਾ ਕੇ ਜੇ ਤੁਸੀਂ ਟਰੱਕ ਚਲਾਉਂਦੇ ਹੋ ਤਾਂ ਇੱਥੇ ਵੱਡੀਆਂ ਵੱਡੀਆਂ ਨੌਕਰੀਆਂ ਵਾਲੇ ਜਿਹੜੇ ਹੈਗੇ ਆ ਉਹ ਪਿੱਛੇ ਰਹਿ ਜਾਂਦੇ ਆ। ਸੋ ਇਸ ਬਾਬਤ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਅਮਰਤ ਗਿੱਲ ਨੇ ਜਿਹੜੇ ਬਠਿੰਡਾ ਦੇ ਰਹਿਣ ਵਾਲੇ ਨੇ ਤੇ ਜੇ ਇਹਨਾਂ ਦਾ ਪੋਲੀਟੀਕਲ ਦੇਖੀਏ ਤਾਂ ਇਹ ਮਹਿਲਾ ਕਾਂਗਰਸ ਦੇ ਬੁਲਾਰੇ ਵੀ ਹੈਗੇ ਆ ਤੇ ਨਾਲ ਕਾਫੀ ਕੁਝ ਇਹਨਾਂ ਦੇ ਵਿੱਚ ਸਮੋਇਆ ਹੋਇਆ। ਗੱਲਬਾਤ ਕਰਾਂਗੇ। ਮੈਡਮ ਤੁਹਾਡਾ ਗਲੋਬਲ ਪੰਜਾਬ ਤੇ ਸਵਾਗਤ ਹੈ। ਤੇ ਤੁਸੀਂ ਟਰੱਕ ਵਾਲੀ ਗੱਲ ਮੈਂ ਇਸ ਕਰਕੇ ਰੱਖੀ ਹੈ ਵੀ ਤੁਸੀਂ ਇੱਕ ਰੁਜ਼ਗਾਰ ਜਿਹੜਾ ਆਪ ਕਰ ਰਹੇ ਹੋ ਤੇ ਇੱਕ ਲੋਕਾਂ ਲਈ ਮੋਟੀਵੇਟ ਜਿਹੜਾ ਉਹਦੇ ਨਾਲ ਹੋ ਰਹੇ ਨੇ ਲੋਕ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਗਲੋਬਲ ਪੰਜਾਬ ਦੇ ਸੁਣਨ ਵਾਲੇ ਤੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਟਰੱਕ ਡਰਾਈਵਿੰਗ ਦੇਖੋ ਮੇਰੇ ਪਰਿਵਾਰ ਟਰਾਂਸਪੋਰਟ ਫੈਮਿਲੀ ਨੂੰ ਮੈਂ ਬਿਲੋਂਗ ਕਰਦੀ ਹਾਂ ਤਾਂ ਗੱਡੀਆਂ ਦੇ ਨਾਲ ਸ਼ੁਰੂ ਤੋਂ ਪਿਆਰ ਰਿਹਾ ਹੈ ਔਰ ਪਰ ਇਸ ਕਿਤੇ ਨੂੰ ਕਿਤੇ ਨਾ ਕਿਤੇ ਡਰਾਈਵਰ ਕਮਿਊਨਿਟੀ ਨੂੰ ਰਿਸਪੈਕਟ ਉਹਨਾਂ ਬਣਦਾ ਇੱਜ਼ਤ ਮਾਨ ਸਤਿਕਾਰ ਨਹੀਂ ਦਿੱਤਾ ਗਿਆ। ਤਾਂ ਮੈਨੂੰ ਆਪ ਨੂੰ ਗੱਡੀਆਂ ਚਲਾਉਣਾ ਮੇਰੇ ਹਸਬੈਂਡ ਦੀ ਵੀ ਟਰਾਂਸਪੋਰਟ ਹੈ ਤਾਂ ਮੈਂ ਵੇਖਦੀ ਹਾਂ ਹੈ ਨਾ, ਮੈਨੇਜ ਵੀ ਕਰਦੀ ਹਾਂ ਆਪਦੇ ਹਸਬੈਂਡ ਨਾਲ ਔਰ ਚਲਾਉਣ ਦਾ ਸ਼ੌਂਕ ਵੀ ਹੈ ਜਦੋਂ ਮੌਕਾ ਲੱਗੇ। ਖੈਰ ਪ੍ਰੋਫੈਸ਼ਨਲੀ ਨਹੀਂ ਵੀ ਮੈਂ ਗੱਡੀ ਲੈ ਕੇ ਉਹ ਲੋਡਿੰਗ ਓਵਰਲੋਡਿੰਗ ਕਰ ਰਹੀ ਹਾਂ ਬਟ ਐਜ਼ ਅ ਸ਼ੌਂਕ ਮੈਂ ਗੱਡੀ ਚਲਾ ਲੈਂਦੀ ਹਾਂ। ਪਰ ਇਹਦੇ ਪਿੱਛੇ ਇੱਕ ਮੈਸੇਜ ਵੀ ਆ। ਇਹ ਮੈਸੇਜ ਇਹ ਆ ਵੀ ਜਦੋਂ ਆਪਾਂ ਬਾਹਰਲੇ ਦੇਸ਼ ਜਾ ਕੇ ਕਿਸੇ ਉਦੋਂ ਸੋਚਦੇ ਹਾਂ ਵੀ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਤਾਂ ਫਿਰ ਆਪਣੇ ਦੇਸ਼ ਦੇ ਵਿੱਚ ਉਹੀ ਕੰਮ ਆਪਣੇ ਲਈ ਛੋਟਾ ਕਿਉਂ ਹੋ ਜਾਂਦਾ ਹੈ ਨਾ। ਫਰਕ ਕੀ ਆ ਵੀ ਕਿਸੇ ਟਾਈਮ ਦੇ ਵਿੱਚ ਆਪਣਾ 1 ਰੁਪਏ ਦੇ $2 ਆਉਂਦੇ ਸੀ, ਅੱਜ ਹੁਣ $80 ਦਾ ਮਤਲਬ 80 ਰੁਪਇਆਂ ਦਾ $1 ਹੈ। ਠੀਕ ਹੈ ਮਨੀ ਪਰਚੇਜ਼ਿੰਗ ਡਿਫਰੈਂਸ ਪੈ ਗਿਆ ਹੈ ਪਰ ਜੇ ਆਪਾਂ ਆਪਣੇ ਇੱਥੇ ਵੀ ਆਪਣੇ ਦੇਸ਼ 'ਚ ਰਹਿ ਕੇ ਵੀ ਉਹੀ ਕੰਮ ਕਰਦੇ ਹਾਂ ਔਰ ਸ਼ਿੱਦਤ ਅਤੇ ਲਗਨ ਨਾਲ ਕਿਉਂਕਿ ਉੱਥੇ ਸ਼ਿੱਦਤ ਲਗਨ ਕਮਿਟਮੈਂਟ ਅਤੇ ਟਾਈਮ ਦੀ ਰਿਸਪੈਕਟ ਪੂਰੀ ਹੁੰਦੀ ਹੈ। ਉੱਥੇ ਕੋਈ ਐ ਨਹੀਂ ਕਹਿ ਸਕਦਾ ਵੀ ਹੁਣ ਮੇਰਾ ਟਾਈਮ 6 ਵਜੇ ਦਾ ਤਾਂ ਮੈਂ 6:05 'ਤੇ ਪਹੁੰਚਦਾ ਨਹੀਂ। ਉੱਥੇ ਤੁਸੀਂ ਟਾਈਮ ਦੀ ਰਿਸਪੈਕਟ ਕਰਦੇ ਹੋ। ਜੇ ਆਪਦੇ ਦੇਸ਼ 'ਚ ਵੀ ਕਰੋਗੇ ਤਾਂ ਮੰਜ਼ਿਲ ਇੱਥੇ ਵੀ ਮਿਲੇਗੀ। ਤੁਸੀਂ ਜਿਹੜਾ ਟਰੱਕ ਦਾ ਮਤਲਬ ਕਾਰੋਬਾਰ ਹੈਗਾ ਜਾਂ ਜਿਹੜੇ ਟਰੱਕ ਡਰਾਈਵਰ ਹੁੰਦੇ ਨੇ ਉਹਨਾਂ ਨੂੰ ਬਹੁਤ ਮੁਸ਼ੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੱਥੇ ਇਹ ਲਾਈਨ ਦੇ ਵਿੱਚ ਮੁਸ਼ੱਕਤ ਹੈਗੀ ਹੈ। ਸੋ ਜੇ ਆਪਾਂ ਇੱਕ ਰਿਸ਼ਤਾ ਵੀ ਕਰਨਾ ਹੁੰਦਾ ਤਾਂ ਕੁੜੀ ਵਾਲੇ ਕਹਿੰਦੇ ਨੇ ਵੀ ਟਰੱਕ ਡਰਾਈਵਰ ਵਾਲਾ ਰਿਸ਼ਤਾ ਨਹੀਂ ਕਰਨਾ। ਬਿਲਕੁਲ ਹੁੰਦਾ ਹੈ ਪਰ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਇਹ ਕੰਮ ਹੀ ਹੈ ਉਹਦੇ ਵਿੱਚ ਨਹੀਂ ਵੀ ਹੁੰਦਾ ਹੈਗਾ ਬਟ ਇਹਦੇ ਵਿੱਚ ਉਹੀ ਹੈ ਵੀ ਮਿਊਚੁਅਲ ਇੱਕ ਦਾ ਜਿਹੜੇ ਟਰਾਂਸਪੋਰਟਰਸ ਨੇ ਉਹਨਾਂ ਨੂੰ ਡਰਾਈਵਰਾਂ ਲਈ ਆਪਦਾ ਨਜ਼ਰੀਆ ਬਦਲਣਾ ਪਊਗਾ। ਦੂਜੀ ਗੱਲ ਹੈ ਵੀ ਤਾੜੀ ਦੋਨਾਂ ਹੱਥਾਂ ਨਾਲ ਵੱਜਦੀ ਹੈ। ਜੇ ਡਰਾਈਵਰ ਕਮਿਊਨਿਟੀ ਵੀ ਆਪਦੀ ਰਿਸਪੈਕਟ ਲਈ
ਤੇ ਉਸ ਤਰੀਕੇ ਦੇ ਨਾਲ ਇਮਾਨਦਾਰੀ ਨਾਲ ਕਮਿਟਮੈਂਟ ਨਾਲ ਕੰਮ ਕਰਨਾ ਸ਼ੁਰੂ ਕਰੂਗੀ ਤਾਂ ਉਹਨਾਂ ਨੂੰ ਵੀ ਰਿਸਪੈਕਟ ਮਿਲੂਗੀ ਤੇ ਟਰਾਂਸਪੋਰਟਰਸ ਦਾ ਵੀ ਉਹਨਾਂ ਤੇ ਵਿਸ਼ਵਾਸ ਆਊਗਾ ਤੇ ਉਹ ਸਾਰੇ ਜਿਹੜੇ ਬਿਜ਼ਨਸ ਐਥਿਕਸ ਕੰਮ ਦੇ ਇੱਕ ਨੌਕਰੀ ਦੇ ਐਥਿਕਸ ਨੇ ਜੇ ਦੋਨੋਂ ਧਿਰਾਂ ਫੋਲੋ ਕਰਨਗੀਆਂ ਤਾਂ ਇਸ ਖਿੱਤੇ ਨੂੰ ਵੀ ਇੱਕ ਰਿਸਪੈਕਟੇਬਲ ਮੁਕਾਮ ਜ਼ਰੂਰ ਹਾਸਲ ਹੋਊਗਾ। ਤੁਸੀਂ ਟਰੱਕ ਚਲਾਉਣ ਦਾ ਜਿਹੜਾ ਸ਼ੌਂਕ ਹੈ ਇਹ ਤੁਹਾਨੂੰ ਬਚਪਨ ਤੋਂ ਹੀ ਪਿਆ ਹੈਗਾ ਤੇ ਕਦੋਂ ਤੋਂ ਤੁਸੀਂ ਟਰੱਕ ਚਲਾਉਣ ਲੱਗ ਗਏ ਸੀਗੇ? ਜਦੋਂ ਤੋਂ ਮੈਨੂੰ ਲਾਇਸੈਂਸ ਮਿਲਿਆ, ਅਦਰਵਾਈਜ਼ ਲਾਈਕ ਛੋਟੇ ਹੁੰਦੇ ਟਰੱਕ ਨਹੀਂ ਹੈ ਮੇਰੇ ਪਰਿਵਾਰ ਕੋਲੇ, ਗੈਸ ਟੈਂਕਰਸ ਨੇ। ਮੇਰੇ ਨਾਨਕਾ ਪਰਿਵਾਰ ਕੋਲੇ ਬੱਸਾਂ ਸੀਗੀਆਂ। ਛੋਟੇ ਹੁੰਦੇ ਜਦੋਂ ਬੱਸਾਂ ਨੇ ਘਰੇ ਪਾਰਕਿੰਗ ਜਾਂ ਕਿਤੇ ਖੜੇ ਹੋਣਾ ਤਾਂ ਜਿਵੇਂ ਬੱਚੇ ਵੜ ਜਾਂਦੇ ਨੇ, ਕਲੱਚ ਨੱਪਤਾ, ਬ੍ਰੇਕ ਨੱਪਤੇ ਆ ਨਾ, ਫੁਸ਼ ਆਵਾਜ਼ ਜੀ ਆਈ ਤਾਂ ਉਸ ਤੋਂ ਬੜਾ ਐ ਹੁੰਦਾ ਸੀ ਔਰ ਮਨ 'ਚ ਐ ਹੁੰਦਾ ਸੀ ਵੀ ਕਿਸੇ ਦਿਨ ਮੈਂ ਚਲਾਉਂਗੀ। ਇਹ ਲਾਇਸੈਂਸ ਹੈਗਾ ਮੇਰੇ ਕੋਲੇ, 2-3 ਸਾਲ ਹੋ ਗਏ ਮੈਂ ਲੈ ਲਿਆ ਸੀਗਾ ਲਾਇਸੈਂਸ, ਮੈਨੂੰ ਮਿਲ ਗਿਆ ਸੀਗਾ ਹੈ ਨਾ ਸਾਰੇ। ਤਾਂ ਜਦੋਂ ਮੇਰੇ ਕੋਲੇ ਲਾਇਸੈਂਸ ਆਇਆ ਤੇ ਸਾਰੇ ਪੈਰਾਮੀਟਰਸ ਪੂਰੇ ਸੀਗੇ ਉਦੋਂ ਮੈਂ ਗੱਡੀ ਨਹੀਂ ਤਾਂ ਵੈਸੇ ਆਪ ਯਾਰਡ ਦੇ ਵਿੱਚ ਜਾਂ ਖਾਲੀ ਥਾਂ 'ਚ ਊਂ ਚਲਾ ਲਈ, ਪਰ ਮੈਂ ਸੜਕ ਤੇ ਰੋਡ ਤੇ ਕਦੇ ਨਹੀਂ ਗੱਡੀ ਲੈ ਕੇ ਆਈ ਸੀਗੀ। ਤੇ ਦੂਜਾ ਇੱਕ ਤੁਸੀਂ ਨਾਲ ਪੋਲੀਟੀਕਲ ਵੀ ਐਕਟਿਵ ਹੈਗੇ ਹੋ, ਸੋਸ਼ਲ ਵੀ ਐਕਟੀਵਿਟ ਹੈਗੇ ਹੋ ਤੇ ਐਕਟਿਵ ਦੇ ਨਾਲ ਤੁਸੀਂ ਜਿਹੜਾ ਫੈਸ਼ਨ ਡਿਜ਼ਾਈਨਰ ਵੀ ਹੈਗੇ ਹੋ। ਇੰਨੇ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਿਵੇਂ ਕਰਦੇ ਹੋ? ਇਹਦੇ ਨਾਲ ਕੁਝ ਹੋਰ ਵੀ ਦੱਸ ਦਿੰਦੀ ਹਾਂ। ਮੈਂ ਫਾਰਮਰ ਮਿਸਿਸ ਇੰਡੀਆ ਵੀ ਹਾਂ, ਮੈਂ ਐਕਟਰ ਵੀ ਹਾਂ, ਮੈਂ ਪੈਟਰੋਲੀਅਮ ਐਸੋਸੀਏਸ਼ਨ ਨੂੰ ਰਿਪਰੈਜ਼ੈਂਟ ਕਰਦੀ ਹਾਂ, ਸਟੇਟ ਸਪੋਕਸਪਰਸਨ ਹੈ ਕਾਂਗਰਸ ਦੀ। ਮੈਂ ਲਾਇਰ ਵੀ ਹਾਂ ਤੋ ਲੋਕ ਅਦਾਲਤ ਵੀ ਹਾਂ ਮੈਂਬਰ। ਬਾਕੀ ਕੁਝ ਰਹਿ ਗਿਆ ਹੋਊਗਾ ਬਟ ਮੈਂ ਮੈਨੇਜ ਕਰਦੀ ਹਾਂ ਟਾਈਮ। ਕੰਮ ਸਾਰੇ ਆਪੇ ਹੋਈ ਜਾਂਦੇ ਨੇ, ਕਿਸੇ ਟਾਈਮ ਕਿਸੇ ਕੰਮ ਦੀ ਪ੍ਰਾਇੋਰਿਟੀ ਹੁੰਦੀ ਹੈ। ਜਿਵੇਂ ਪਿਛਲੇ ਮਹੀਨੇ ਮੇਰੇ ਲਾਅ ਦੇ ਫਾਈਨਲ ਈਅਰ ਦੇ ਐਗਜ਼ਾਮ ਸੀਗੇ ਤਾਂ ਦਿਨ ਦੇ ਵਿੱਚ ਬਾਕੀ ਕੰਮ ਪਾਸੇ ਸੀਗੇ ਤੇ 12-12 15-15 ਘੰਟੇ ਫਿਰ ਪੜ੍ਹਾਈ ਨੂੰ ਦਿੱਤੇ ਜਾਂਦੇ ਸੀਗੇ। ਉਦੋਂ ਡਿਬੇਟਾਂ ਵੀ ਬੰਦ ਸੀਗੀਆਂ, ਉਦੋਂ ਸਿਆਸੀ ਐਕਟੀਵਿਟੀਜ਼ ਵੀ ਘਟੀਆਂ ਸੀ, ਡਿਜ਼ਾਈਨਿੰਗ ਵੀ ਘਟੀ ਸੀਗੀ, ਸਟਾਫ ਨੂੰ ਮੈਨੇਜ ਕਰਨ ਨੂੰ ਦਿੱਤਾ ਹੋਇਆ ਸੀਗਾ। ਤਾਂ ਕਿਸੇ ਟਾਈਮ ਕੋਈ ਕੰਮ ਨੂੰ ਜਦੋਂ ਜ਼ਿਆਦਾ ਟਾਈਮ ਦੇਣਾ ਹੁੰਦਾ ਉਹ ਦੇਈਦਾ, ਪਰ ਅਲਟੀਮੇਟਲੀ ਟਾਈਮ ਮੈਨੇਜ ਕਰੀਦਾ ਵੀ ਇਸ ਘੰਟੇ ਆ ਕਰਨਾ, ਇਸ ਘੰਟੇ ਆ ਕਰਨਾ। ਤਾਂ ਉਸ ਤਰੀਕੇ ਦੇ ਨਾਲ ਸਾਰੇ ਕੰਮ ਹੋ ਜਾਂਦੇ ਨੇ। ਇੱਕ ਤਾਂ ਤੁਸੀਂ ਜਿਹੜੇ ਵੀ ਸਮਾਜ ਦੇ ਵਿੱਚ ਇੱਕ ਜ਼ਿੰਮੇਵਾਰੀ ਬਣਦੀ ਹੈਗੀ ਉਹ ਸਾਰਿਆਂ ਤਨਦੇਹੀ ਨਾਲ ਨਿਭਾ ਰਹੇ ਹੋ। ਦੂਜੇ ਪਾਸੇ ਸਰਕਾਰ ਦਾ ਇੱਕ ਫੈਸਲਾ ਆਇਆ ਹੈਗਾ ਵੀ ਜਿਹੜੇ ਪਿੰਡ ਦੇ ਵਿੱਚ ਮਤਲਬ ਔਰਤ ਸਰਪੰਚ ਹੈ ਤਾਂ ਉਹਦਾ ਹੀ ਘਰ ਵਾਲਾ ਸਰਪੰਚ ਹੁੰਦਾ ਸੀ ਜਾਂ ਉਹੀ ਸਾਰੇ ਸੇਵਾਵਾਂ ਨਿਭਾਉਂਦਾ ਸੀਗਾ ਤੇ ਸਰਕਾਰ ਨੇ ਫੈਸਲਾ ਲਿਆ ਵੀ ਹੁਣ ਜੇ ਔਰਤ ਸਰਪੰਚ ਹੈ ਤਾਂ ਔਰਤ ਹੀ ਅੱਗੇ ਆਊਗੀ, ਜੇ ਬੰਦਾ ਉਹਦੀ ਜਗ੍ਹਾ ਤੇ ਆਉਂਦਾ ਹੈ ਤਾਂ ਉਹ 'ਤੇ ਕਾਰਵਾਈ ਹੋਊਗੀ। ਸਭ ਤੋਂ ਪਹਿਲਾਂ ਤਾਂ ਇਸ ਸਰਕਾਰ ਨੂੰ ਮੈਂ ਪਹਿਲਾਂ ਦੱਸਾਂ ਵੀ ਕਾਂਗਰਸ ਪਾਰਟੀ ਜਿਹੜੀ ਹੈਗੀ ਆ, ਜੇ ਮਹਿਲਾਵਾਂ ਦੀ ਜਾਂ ਪੰਚਾਇਤੀ ਰਾਜ ਮਿਊਨਿਸਪਲ ਕਾਰਪੋਰੇਸ਼ਨਸ ਦੇ ਵਿੱਚ ਮਹਿਲਾਵਾਂ ਦੀ ਸ਼ਮੂਲੀਅਤ ਜਿਹੜੀ ਹੈ 1991 ਦੇ ਵਿੱਚ ਕਾਂਗਰਸ ਬਿੱਲ ਲਿਆਈ, 74th ਅਮੈਂਡਮੈਂਟ ਹੋਈ ਜਿਹਦੇ ਕਰਕੇ ਔਰਤਾਂ ਨੂੰ ਪਹਿਲਾਂ 33% ਤੇ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਨੇ 50% ਰਿਜ਼ਰਵੇਸ਼ਨ ਕੀਤੀ ਕਿਉਂਕਿ ਅਸੀਂ ਔਰਤਾਂ ਨੂੰ ਅੱਗੇ ਦੇਖਣਾ ਚਾਹੁੰਦੇ ਹਾਂ। ਬਟ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਕਹਿ ਰਹੀ ਹੈ ਚੰਗੀ ਗੱਲ ਹੈ, ਇਹਨੂੰ ਮੈਂ ਕਹੂੰਗੀ ਵੀ ਗੁੱਡ ਇਨੀਸ਼ੀਏਟਿਵ, ਪਰ ਇਹਨਾਂ ਨੂੰ ਆਪਦੀ ਸਰਕਾਰ ਦੇ ਵਿੱਚ ਵੀ 15 ਮੰਤਰੀਆਂ 'ਚੋਂ ਘੱਟੋ ਘੱਟ 33% 5 ਮੰਤਰੀ ਮਹਿਲਾਵਾਂ ਬਣਾਉਣੀਆਂ ਚਾਹੀਦੀਆਂ ਨੇ ਤਾਂ ਜੋ ਪੰਜਾਬ ਨੂੰ ਦਿਖੇ। ਔਰ ਪੋਰਟਫੋਲੀਓ ਵੀ ਇੰਪੋਰਟੈਂਟ ਦੇਣੇ ਚਾਹੀਦੇ ਨੇ, ਇਹੋ ਜਿਹੀ ਪੋਰਟਫੋਲੀਓ ਨਹੀਂ ਜਿਹੜੇ ਖਾਨਾ ਪੂਰਤੀ ਕਰਦੇ ਹੋਣ, ਕਿਉਂਕਿ ਹਜੇ ਤੱਕ 2 ਪੋਰਟਫੋਲੀਓਜ਼ ਜ਼ਿਆਦਾ ਇੰਪੋਰਟੈਂਟ ਪੋਰਟਫੋਲੀਓਜ਼ ਨਹੀਂ ਹੈ। ਤਾਂ ਗਵਰਨਮੈਂਟ ਨੂੰ ਇਹ ਵੀ ਦੇਖਣਾ ਚਾਹੀਦਾ। ਪਰ ਮੈਂ ਕਹਾਂ ਵੀ ਜਿਹੜੀ ਉਹ ਸਰਪੰਚ ਮਿਊਨਿਸਪਲ ਕਾਉਂਸਲਰਸ ਨੇ ਇਹ ਉਹਨਾਂ ਦਾ ਕਸੂਰ ਨਹੀਂ ਹੈ, ਜਦੋਂ ਤੱਕ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਨਹੀਂ ਮਿਲਦੀ, ਸਿਸਟਮ ਨੂੰ ਸਮਝਾਇਆ ਨਹੀਂ ਜਾਂਦਾ ਹੈਗਾ। ਕੱਲ੍ਹ ਮੈਂ ਆਪਦੀ ਡਿਬੇਟ ਦੇ ਵਿੱਚ ਇਸੇ ਵਿਸ਼ੇ 'ਤੇ ਹੀ ਗੱਲ ਕੀਤੀ ਸੀ ਵੀ DC ਆਫਿਸ ਦੇ ਵਿੱਚ ਸਪੈਸ਼ਲ ਟ੍ਰੇਨਿੰਗਸ ਚੱਲਦੀਆਂ ਨੇ, ਮਹਾਤਮਾ ਗਾਂਧੀ ਟ੍ਰੇਨਿੰਗਸ ਉਹ ਹੈਗੇ ਨੇ, ਆਫਿਸਿਸ ਨੇ, ਉੱਥੇ ਸਰਕਾਰ ਇਹਦੇ 'ਤੇ ਧਿਆਨ ਦੇਵੇ ਅਤੇ ਜ਼ਿਆਦਾ ਤੋਂ ਜ਼ਿਆਦਾ ਗਰਲਸ ਨੂੰ, ਪੰਚਾਂ ਨੂੰ, ਸਰਪੰਚਾਂ ਨੂੰ ਅਤੇ ਕਾਉਂਸਲਰਸ ਨੂੰ ਟ੍ਰੇਨਿੰਗ ਦੇਵੇ ਤਾਂ ਜੋ ਉਹਨਾਂ ਨੂੰ ਸਿਸਟਮ ਸਮਝ ਆਵੇ। ਜਦੋਂ ਸਮਝ ਆ ਗਿਆ ਫਿਰ ਕਿਸੇ ਦਾ ਕਿਉਂ ਜੀ ਕਰੂਗਾ ਵੀ ਉਹਨਾਂ ਦਾ ਘਰ ਵਾਲਾ ਜਾਵੇ ਜਾਂ ਉਹਨਾਂ ਦੇ ਪਿਤਾ ਜੀ ਜਾਣ। ਜਦੋਂ ਆਪ ਨੂੰ ਹੀ ਨਹੀਂ ਆਊਗਾ ਫਿਰ ਆਪਾਂ ਕਵਾਂਗੇ ਵੀ ਠੀਕ ਹੈ ਜਿਵੇਂ ਚੱਲਦਾ ਚੱਲੀ ਜਾਵੇ, ਹੈ ਨਾ। ਹੁਣ ਜਿਹੜੀ ਅੱਜ ਕਾਂਗਰਸ ਨੇ ਮਹਿਲਾ ਆਗੂਆਂ ਦੀ ਮੀਟਿੰਗ ਰੱਖੀ ਹੈਗੀ ਆ, ਉਹ ਉਸੇ ਕੜੀ ਦਾ ਹਿੱਸਾ ਵੀ ਸਰਕਾਰ ਨੇ ਕੱਲ੍ਹ ਫੈਸਲਾ ਲਿਆ ਅੱਜ ਮੀਟਿੰਗ ਕਰ ਲਓ, ਔਰਤਾਂ ਨੂੰ ਅੱਗੇ ਲੈ ਕੇ ਆਓ। ਨਹੀਂ ਜੀ, ਇਹ ਸਾਡਾ ਜਿਹੜਾ ਨੈਸ਼ਨਲ ਏਜੰਡਾ ਹੈ, ਹੱਲਾ ਮਹਿੰਗਾਈ ਤੇ ਹੱਲਾ ਬੋਲ ਰੈਲੀ ਜਿਹੜੀ ਹੈ 4 ਤਰੀਕ ਨੂੰ ਸਾਡੀ ਹੋਣ ਜਾ ਰਹੀ ਹੈ ਰਾਮਲੀਲਾ ਮੈਦਾਨ 'ਚ ਦਿੱਲੀ ਦੇ ਵਿੱਚ। ਔਰ ਵੈਸੇ ਵੀ ਸਾਡੇ ਆਲ ਇੰਡੀਆ ਦੇ ਪ੍ਰਧਾਨ ਆਏ ਨੇ, ਉਹਨਾਂ ਕਰਕੇ ਮੀਟਿੰਗ ਰੱਖੀ ਗਈ ਹੈ। ਔਰ ਅਸੀਂ ਚੀਜ਼ਾਂ ਨੂੰ ਫਾਰਵਰਡ ਕਿਵੇਂ ਕਰਨਾ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਖਰੀਦਣ ਦੀ ਸ਼ਮਤਾ ਘਟ ਗਈ ਹੈ, ਬਹੁਤ ਘਟ ਗਈ ਹੈ।
ਮਹਿੰਗਾਈ ਵੱਧ ਗਈ ਹੈ ਤਾਂ ਦਿਨ ਪਰ ਦਿਨ ਹਰ ਆਦਮੀ ਗਰੀਬ ਹੁੰਦਾ ਜਾ ਰਿਹਾ ਹੈ, ਜਿਸ ਨੂੰ ਧਿਆਨ ਵਿੱਚ ਰੱਖ ਕੇ ਕਾਂਗਰਸ ਪਾਰਟੀ ਨੇ ਅੱਜ ਦੀ ਮੀਟਿੰਗ ਬੁਲਾਈ ਹੈ ਤੇ ਫਰਦਰ ਅਸੀਂ ਕਿਵੇਂ ਅੱਗੇ ਕਿਸ ਡਾਇਰੈਕਸ਼ਨ ਦੇ ਵਿੱਚ ਜਾਣਾ ਉਹਦੇ ਤੇ ਵਿਚਾਰ ਵਟਾਂਦਰਾ ਹੋਏਗਾ। ਇੱਕ ਔਰਤਾਂ ਜਿਹੜੀਆਂ ਨੇ ਘੱਟ ਪੋਲੀਟੀਕਲੀ ਐਕਟਿਵ ਹੁੰਦੀਆਂ ਹੈਗੀਆਂ, ਉਹਨਾਂ ਨੂੰ ਤੁਸੀਂ ਕਿਉਂਕਿ ਉਹਨਾਂ ਦਾ ਇੱਧਰ ਰੁੱਖ ਨਹੀਂ ਹੁੰਦਾ, ਉਹ ਹੋਰ ਪਾਸੇ ਜਾਣਾ ਚਾਹੁੰਦੀਆਂ ਨੇ, ਹੈ ਨਾ, ਹੋਰ ਕੰਮ ਕਰਨਾ ਚਾਹੁੰਦੀਆਂ। ਬਹੁਤ ਘੱਟ ਲੋਕ ਜਿਹੜੀਆਂ ਔਰਤਾਂ ਹੈਗੀਆਂ ਪੋਲੀਟੀਕਲ ਲਾਈਨ ਚੂਜ਼ ਕਰਦੀਆਂ, ਕਾਰਨ ਕੀ ਮੰਨਦੇ? ਬਹੁਤ ਸਾਰੇ ਕਾਰਨ ਨੇ ਜੀ। ਸਿਆਸਤ ਸੌਖੀ ਨਹੀਂ ਆ। ਪਹਿਲਾਂ ਤਾਂ ਆਪਦੇ ਘਰੋਂ ਬਾਹਰ ਨਿਕਲਣਾ ਪੈਂਦਾ, ਪਰਿਵਾਰ ਦੀ ਰਿਜ਼ਰਵੇਸ਼ਨ ਹੁੰਦੀ ਹੈ। ਇੱਕ ਔਰਤ ਲੀਡਰ ਜਿਹੜੀ ਹੈ ਨਾ, ਇੱਕ ਫੀਮੇਲ ਲਈ ਆਪਦੀ ਪ੍ਰੋਟੈਕਸ਼ਨ, ਆਪਦੇ ਆਪ ਨੂੰ ਸੇਫ ਰੱਖ ਕੇ ਫਿਰ ਸਿਆਸਤ ਕਰਨੀ ਪੈਂਦੀ ਹੈ। ਮੇਲਸ ਲਈ ਆ ਪੈਰਾਮੀਟਰ ਨਹੀਂ ਹੁੰਦਾ ਹੈਗਾ। ਤਾਂ ਘਰਦਿਆਂ ਨੂੰ ਰਿਜ਼ਰਵੇਸ਼ਨ ਹੁੰਦੀ ਹੈ। ਨਾਲੇ ਇਹ ਪੋਲੀਟਿਕਸ ਜਿਹੜਾ ਨਾ ਬੜਾ ਟਫ ਤੇ ਔਖਾ ਜਿਹਾ ਉਹ ਟਾਸਕ ਹੈ ਔਰ ਸੇਫ ਨਹੀਂ ਲੱਗਦਾ ਪਰਿਵਾਰਾਂ ਨੂੰ, ਚੰਗੇ ਪਰਿਵਾਰਾਂ ਨੂੰ ਜਾਂ ਹੋਰ ਤਾਂ ਆਪਦੀਆਂ ਕੁੜੀਆਂ ਨੂੰ ਨਹੀਂ ਅੱਗੇ ਆਉਣ ਦਿੰਦੇ। ਤੇ ਇਹਦੇ ਵਿੱਚ ਕੋਈ ਟ੍ਰੇਨਿੰਗ, ਕੋਈ ਸਿਸਟਮ ਨਹੀਂ ਹੈ, ਸਿਸਟਮੈਟਿਕ ਤਾਂ ਹੈ ਨਹੀਂ। ਪੋਲੀਟਿਕਸ ਇਜ਼ ਨਾਟ ਅ ਸਿਸਟਮੈਟਿਕ ਅਪਰੋਚ। ਪਰ ਇਹਦੇ ਵਿੱਚ ਜਿਹੜਾ ਆਪਾਂ ਅੱਜ ਹੁਣੀ 2 ਮਿੰਟ ਪਹਿਲਾਂ ਗੱਲ ਕੀਤੀ ਵੀ ਪੰਚਾਇਤ ਸਰਪੰਚਸ ਤੋਂ ਜੇ ਟ੍ਰੇਨਿੰਗਸ ਪ੍ਰੋਪਰ ਹੋ ਜਾਣਗੀਆਂ, ਜਿਸ ਦਿਨ ਉਹ ਹਾਸਿਲ ਕਰ ਗਏ ਆਪਾਂ ਅਸਲੀ ਦੇ ਵਿੱਚ ਇਨ ਰੀਅਲ ਸੈਂਸ, ਹੈ ਨਾ, ਕਿ ਵਿਮਨ ਐਮਪਾਵਰਮੈਂਟ ਹੋਊਗੀ, ਉਸ ਦਿਨ ਤੁਸੀਂ ਸਿਆਸਤ 'ਚ ਵੀ ਦੇਖੋਗੇ ਵੀ ਜ਼ਿਆਦਾਤਰ ਔਰਤਾਂ ਹੀ ਨਜ਼ਰ ਆਉਣਗੀਆਂ। ਤੁਸੀਂ ਕਿਹਾ ਵੀ ਸਿਸਟਮ ਨਹੀਂ ਹੈਗਾ, ਬਿਲਕੁਲ ਸਹੀ ਗੱਲ ਹੈ, ਕਿਉਂਕਿ ਹੋਰ ਚੀਜ਼ਾਂ ਦੀ ਆਪਾਂ ਨੌਕਰੀ ਲੈਣੀ ਹੈ ਤਾਂ ਸਾਨੂੰ ਐਗਜ਼ਾਮ ਕਲੀਅਰ ਕਰਨਾ ਪੈਣਾ ਹੈ ਨਾ। ਜੇ ਹੋਰ DC ਬਣਨਾ ਤਾਂ ਸਾਨੂੰ ਪੇਪਰ ਕਲੀਅਰ ਕਰਕੇ ਬਣਾਂਗੇ। ਇੱਧਰ ਕੋਈ ਐਗਜ਼ਾਮ ਨਹੀਂ ਹੈਗਾ, ਸਿਰਫ ਜਾਂ ਤਾਂ ਪਰਿਵਾਰ ਹੁੰਦਾ ਵੀ ਪਰਿਵਾਰਕ ਪਿਛੋਕੜ ਤੁਹਾਡਾ ਪੋਲੀਟੀਕਲ ਹੈਗਾ, ਕੀ ਪੈਰਾਮੀਟਰ ਕੋਈ ਤੈਅ ਨਹੀਂ ਕਰ ਸਕੀ ਸਾਡੀ ਰਾਜਨੀਤੀ ਹੁਣ ਤੱਕ ਦੀ। ਕਰਨਾ ਚਾਹੀਦਾ ਹੈ, ਸਿਸਟਮ ਹੋਣੇ ਚਾਹੀਦੇ ਨੇ ਵੀ ਐਜੂਕੇਸ਼ਨ ਲੈਵਲ ਕਿੰਨਾ ਚਾਹੀਦਾ ਹੈ, ਉਹਨਾਂ ਦੀ ਗੁੱਡ ਬੈਕਗਰਾਉਂਡ ਕੀ ਹੈ, ਗੁੱਡਵਿਲ ਕੀ ਹੈ, ਕਿਹੜੇ ਪੈਰਾਮੀਟਰਸ ਨੇ। ਔਰ ਜੇ ਯੂਥ ਆ ਰਿਹਾ, ਦੇਖੋ ਕਾਂਗਰਸ ਕੋਲੇ ਤਾਂ ਫੇ ਇੱਕ ਹੈਗਾ ਨੈਸ਼ਨਲ ਤੇ ਯੂਥ ਕਾਂਗਰਸ ਹੈਗੀ, NSUI ਵੱਲੋਂ ਅਸੀਂ ਯੂਥ ਕਾਂਗਰਸ 'ਚ ਟ੍ਰੇਨਿੰਗ ਹੁੰਦੀ ਹੈ ਔਰ ਬਹੁਤ ਸਾਰੇ ਯੂਥ ਕਾਂਗਰਸ ਦੇ ਲੀਡਰ ਅੱਜ ਦੇ ਟਾਈਮ 'ਚ ਕਾਂਗਰਸ 'ਚ ਨੈਸ਼ਨਲ ਲੈਵਲ 'ਤੇ ਨੇ। ਉਹ ਟ੍ਰੇਨਿੰਗਸ ਹੈ, ਪਰ ਇਹਨੂੰ ਹੋਰ ਪ੍ਰੋਪਰ ਤੇ ਆਰਗੇਨਾਈਜ਼ ਤਰੀਕੇ ਦੇ ਨਾਲ ਇਹਨੂੰ ਅੱਗੇ ਵਧਾਇਆ ਜਾ ਸਕਦਾ। ਗਵਰਨਮੈਂਟ ਲੈਵਲ 'ਤੇ ਜੇ ਇਨੀਸ਼ੀਏਟਿਵ ਹੋਵੇ, ਜੇ ਆਪਾਂ ਕਰ ਸਕਦੇ ਹਾਂ ਵੀ 50% ਰਿਜ਼ਰਵੇਸ਼ਨ ਫॉर ਫੀਮੇਲ ਹੈ, ਤਾਂ ਫਿਰ ਇਹਨਾਂ ਦੀ ਟ੍ਰੇਨਿੰਗਸ ਤੇ ਪ੍ਰੋਪਰ ਸਿਸਟਮੈਟਿਕਲੀ ਵੀ ਜੇ ਗਵਰਨਮੈਂਟ ਵਿਲ ਹੋਏਗੀ ਤਾਂ ਇਹ ਵੀ ਹੋ ਸਕਦਾ। ਲਾਸਟ 5 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ, ਤੁਸੀਂ ਮੰਨਦੇ ਹੋ ਵੀ ਕਾਂਗਰਸ ਦੇ ਵਿੱਚ ਔਰਤਾਂ ਨੂੰ ਬਣਦਾ ਮਾਣ ਸਤਿਕਾਰ ਜਿਹੜਾ ਹੈਗਾ ਮਿਲਿਆ? ਮਾਨ ਸਤਿਕਾਰ ਮਿਲਿਆ ਹੈ। ਜੇ ਤੁਸੀਂ ਦੇਖੋ ਵੀ 33% ਤੋਂ ਜੇ 50% ਫੀਮੇਲ ਰਿਜ਼ਰਵੇਸ਼ਨ ਹੋਈ ਹੈ, ਮੈਨੂੰ ਨਹੀਂ ਲੱਗਦਾ ਪੂਰੇ ਹਿੰਦੁਸਤਾਨ 'ਚ ਹੋਰ ਕਿਤੇ ਵੀ ਹੈਗੀ ਹੈ। ਪੰਚਾਇਤੀ ਲੋਅਰ ਲੈਵਲ, ਬਿਕਾਜ਼ ਪਾਰਲੀਮੈਂਟਰੀ ਸਿਸਟਮ ਦੀ ਜਿਹੜਾ ਜੇ ਕੋਈ ਬੇਸ ਹੈਗਾ ਤਾਂ ਪੰਚਾਇਤੀ ਸਿਸਟਮਸ ਤੋਂ ਚੱਲਦਾ ਹੈ ਜਾਂ ਮਿਊਨਿਸਪਲ ਕਾਉਂਸਲਰਸ ਤੋਂ। ਕਾਂਗਰਸ ਨੇ ਇੱਕ ਬਹੁਤ ਵਧੀਆ ਇਨੀਸ਼ੀਏਟਿਵ 50% ਰਿਜ਼ਰਵੇਸ਼ਨ ਦੇ ਕੇ ਕੀਤਾ ਹੈ। ਤੋ ਹੌਲੀ ਇਹਦੇ ਵਿੱਚ ਹੌਲੀ ਸੁਧਾਰ ਆਏਗਾ ਔਰ ਟ੍ਰੇਨਿੰਗਸ ਵੀ ਹੁੰਦੀਆਂ ਰਹੀਆਂ ਨੇ ਜਿਹਦਾ ਮੈਂ ਜ਼ਿਕਰ ਕੀਤਾ ਹੈ। ਤੋ ਅਸੀਂ ਆਪਦੇ ਲੈਵਲ 'ਤੇ ਕੋਸ਼ਿਸ਼ ਕੀਤੀ ਹੈ ਤੇ ਹੁਣ ਪੰਜਾਬ ਸਰਕਾਰ ਤੋਂ ਉਮੀਦ ਕਰਾਂਗੇ ਵੀ ਜਿਹੜੀ ਗੱਲ ਉਹ ਕਹਿੰਦੇ ਨੇ ਉਹਦੇ 'ਤੇ ਪੂਰੇ ਉਤਰਨਗੇ। ਹਾਂਜੀ, ਸੋ ਇਹ ਸੀਗੇ ਅੰਮ੍ਰਿਤ ਗਿੱਲ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ। ਇਹ ਜਿਹੜੇ ਨੇ ਮਹਿਲਾ ਕਾਂਗਰਸ ਦੇ ਬੁਲਾਰੇ ਵੀ ਹੈਗੇ ਆ ਤੇ ਨਾਲ ਹੀ ਹੋਰ ਜਿਹੜੀਆਂ ਵੱਖ-ਵੱਖ ਕੁਆਲਿਟੀਜ਼ ਹੈਗੀਆਂ ਉਹਨਾਂ ਦੇ ਬਾਬਤ ਇਹਨਾਂ ਨਾਲ ਗੱਲਬਾਤ ਕੀਤੀ। ਇਹਨਾਂ ਨੇ ਦੱਸਿਆ ਕਿ ਔਰਤ ਜਿਹੜੀ ਆ, ਔਰਤ ਨੂੰ ਬਣਦਾ ਮਾਣ ਸਤਿਕਾਰ ਜਿਹੜਾ ਉਹ ਮਿਲਣਾ ਚਾਹੀਦਾ। ਹੱਕਾਂ ਲਈ ਔਰਤਾਂ ਜਿਹੜੀਆਂ ਨੇ ਉਹਨਾਂ ਨੂੰ ਬਾਹਰ ਨਿਕਲ ਕੇ ਪੋਲੀਟੀਕਲ ਸਿਸਟਮ ਦਾ ਸਾਡੇ ਦਾ ਹਿੱਸਾ ਬਣਨਾ ਚਾਹੀਦਾ, ਪਰ ਉਹਦੇ ਲਈ ਕੋਈ ਮਾਪਦੰਡ ਜਿਹੜਾ ਰਾਜਨੀਤੀ ਤੈਅ ਨਹੀਂ ਕਰ ਸਕੀ। ਉਹਦੇ ਲਈ ਰਾਜਨੀਤੀ ਬਦਲਣ ਦੇ ਲਈ ਮਾਪਦੰਡ ਜਿਹੜਾ ਉਹ ਤੈਅ ਹੋਣਾ ਚਾਹੀਦਾ। ਤੁਸੀਂ ਜੁੜੇ ਰਹੋ ਗਲੋਬਲ ਪੰਜਾਬ TV ਦੇ ਨਾਲ। ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਅਮਨ ਦੇ ਨਾਲ ਜਗਜੀਤ ਸਿੰਘ ਪੰਜੋਲੀ, ਧੰਨਵਾਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ TV ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।